किसान संघर्ष की गल करिए तो किसान संघर्ष विच एक वड्डा नाम है बलबीर सिंह राजेवाल। बलबीर सिंह राजेवाल जो किसान संघर्ष दे विच सब तो पुराने लोगों दे विचों एक है, जो किसानी संघर्ष दे नाल हर वेले जुड़े हुए नज़र आए ने। गल कोई एक दिन की नहीं, सगों बड़े लंबे अरसे की है, जदों तो बलबीर सिंह राजेवाल लगातार किसानी संघर्षां दे विच ਗੱਜਦੇ ਨਜ਼ਰ ਆਉਂਦੇ ਨੇ। ਅੱਜ ਵੀ ਕਹਿ ਸਕਦੇ ਹਾਂ ਕਿ ਜਦੋਂ ਦਾ ਦਿੱਲੀ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਚੱਲਿਆ, ਉਸ ਦੇ ਵਿੱਚ ਕਿਸਾਨ ਆਗੂਆਂ ਦੇ ਵਿੱਚੋਂ ਇੱਕ ਵੱਡਾ ਨਾਮ ਹੈ ਬਲਬੀਰ ਸਿੰਘ ਰਾਜੇਵਾਲ ਦਾ। ਬਲਬੀਰ ਸਿੰਘ ਰਾਜੇਵਾਲ ਕਦੇ ਇੱਕ ਆਰਮੀ ਅਫਸਰ ਸੀ, ਪਰ ਅੱਜ ਇੱਕ ਉਹ ਕਿਸਾਨ ਆਗੂ ਹੈ। ਬੇਸ਼ੱਕ ਗੱਲ ਕਰ ਲਈ ਜਾਵੇ ਤਾਂ ਉਹਨਾਂ ਦੀ ਕਿਸੇ ਇਹੋ ਜਿਹੀ ਸੰਗਠਨ ਤਾਂ ਨਹੀਂ ਹੈਗਾ ਜਿਸ ਨੂੰ ਕੋਈ ਬਹੁਤ ਵੱਡਾ ਸਮਰਥਨ ਹੋਵੇ, ਪਰ ਫਿਰ ਵੀ कदे भी वो किसानां दी गल किसानी दी गल करनों झिझके नहीं, ते हमेशा ही कोई ना कोई मुहिम विड्डी रखते हैं, कोई ना कोई मोर्चा लाई रखते हैं। किसान संघर्ष के दरम्यान भी अगर दिल्ली की गल की जाए तो लगातार उत्थे डटे हुए नज़र आते रहे ने। बलबीर सिंह राजेवाल का जन्म पंजाब दे विच होया। 77 सालों की उन्हां दी उम्र हो चुकी है। एक जानी पछाणी पंजाब की शख्सियत ने। ਭਾਰਤੀ ਫੌਜ ਦੇ ਵਿੱਚ ਸਾਬਕਾ ਅਧਿਕਾਰੀ ਰਹੇ ਨੇ। 1990 ਦੇ ਦਹਾਕੇ ਵਿੱਚ ਉਹਨਾਂ ਨੇ ਭਾਰਤੀ ਫੌਜ ਵਿੱਚ ਤੋਂ ਰਿਟਾਇਰਮੈਂਟ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਆਪਣੇ ਧੜੇ ਦੀ ਅਗਵਾਈ ਕੀਤੀ। ਉਹਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਸਿਹਰਾ ਵੀ ਜਾਂਦਾ ਆ। ਬਲਬੀਰ ਸਿੰਘ ਰਾਜੇਵਾਲ ਆਪਣੇ ਬੁਢਾਪੇ ਅਤੇ ਖਰਾਬ ਸਿਹਤ ਦੇ ਬਾਵਜੂਦ ਵੀ ਉਹ ਦਿੱਲੀ ਦੀਆਂ ਸਰਹੱਦਾਂ ਉੱਤੇ ਕਿਸਾਨ ਪ੍ਰਦਰਸ਼ਨ ਦੀ ਅਗਵਾਈ ਕਰਦੇ ਨਜ਼ਰ ਆਏ ਨੇ। ਗਿਣਤੀ ਦੇ ਲਿਹਾਜ਼ ਨਾਲ ਭਾਵੇਂ ਉਹਨਾਂ ਕੋਲੇ ਬਹੁਤ ਵੱਡਾ ਸਮਰਥਨ ਆਧਾਰ ਨਾ ਹੋਵੇ, ਪਰ ਉਹ ਸਭ ਤੋਂ ਪੁਰਾਣੇ ਕਿਸਾਨ ਆਗੂਆਂ ਵਿੱਚੋਂ ਇੱਕ ਹੋਣ ਕਰਕੇ ਸੂਬੇ ਵਿੱਚ ਸਵੀਕਾਰਯੋਗਤਾ ਰੱਖਦੇ ਨੇ। ਉਹਨਾਂ ਦੀ ਤਾਕਤ ਮੁੱਦਿਆਂ ਦੀ ਸਪਸ਼ਟਤਾ ਹੈ ਅਤੇ ਇਹਨਾਂ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਸਮਰੱਥਾ ਵੀ ਉਹਨਾਂ ਵਿੱਚ ਹੈ। ਉਹ ਕੁਝ ਅੰਗਰੇਜ਼ੀ ਬੋਲਣ ਵਾਲੇ ਕਿਸਾਨ ਲੀਡਰਾਂ ਵਿੱਚੋਂ ਇੱਕ ਨੇ ਜੋ ਆਪਣੇ ਦਾਅਵਿਆਂ ਦਾ ਸਮਰਥਨ ਕਰਨ ਲਈ ਤੱਥਾਂ, ਅੰਕੜਿਆਂ ਅਤੇ ਉਹਨਾਂ ਸਾਰੇ ਪੱਖਾਂ ਤੋਂ ਜਾਣੂ ਨੇ ਜਿਹੜੇ ਉਹ ਸਾਹਮਣੇ ਰੱਖ ਦਿੰਦੇ ਨੇ। ਇਹਨਾਂ ਦੇ ਜੇ ਇਸ ਗੱਲੋਂ ਕੋਈ ਮਤਭੇਦ ਹੋਏ, ਇਹਨਾਂ ਨੇ ਉਹਨੂੰ ਛੱਡਿਆ ਤੇ ਸਾਡੇ ਵੱਲ ਜੁਆਇਨ ਕੀਤੇ ਨੇ। ਇਹ ਅੱਜ ਸਵਾਲ ਨਹੀਂ, ਸਵਾਲ ਇਹ ਹੈ ਵੀ ਇਹ ਜਿਹੜਾ ਜਨ ਅੰਦੋਲਨ ਖੜਾ ਹੋਇਆ ਉਹਦੇ ਵਿੱਚ ਸਾਡੇ ਨਾਲ ਸਾਡੇ ਸਾਥੀ ਆ ਕੇ ਰਲੇ ਨੇ। ਇਹਦੇ ਲਈ ਇਹਨਾਂ ਨੂੰ ਜੀ ਆਇਆਂ, ਇਹਦੇ ਲਈ ਧੰਨਵਾਦ। ਮੇਰਾ ਖਿਆਲ ਹੈ ਇੰਨਾ ਹੀ ਕਾਫੀ ਹੈ। ਠੀਕ ਹੈ ਜੀ। ਖੇਤੀ ਕਾਨੂੰਨਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਬਲਬੀਰ ਸਿੰਘ ਰਾਜੇਵਾਲ ਹੀ ਸੀ ਜਿਨ੍ਹਾਂ ਨੇ ਇਹ ਗੱਲ ਕੀਤੀ ਸੀ ਕਿ ਇਹ ਕਾਨੂੰਨ ਕਿਸਾਨ ਮਾਰੂ ਹਨ, ਇਹ ਕਿਸਾਨਾਂ ਨੂੰ ਖਤਮ ਕਰ ਦੇਣਗੇ। ਤਾਂ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਹੀ ਬਲਬੀਰ ਸਿੰਘ ਰਾਜੇਵਾਲ ਨੇ ਸਾਰਿਆਂ ਨੂੰ ਸੁਚੇਤ ਕਰ ਦਿੱਤਾ ਸੀਗਾ ਕਿ ਜੇ ਇਹ ਕਾਨੂੰਨ ਲਾਗੂ ਹੋ ਜਾਂਦੇ ਨੇ ਤਾਂ ਫਿਰ ਕਿਸਾਨ ਹਮੇਸ਼ਾ ਲਈ ਇਸ ਦੇ ਵਿੱਚ ਖਤਮ ਹੋ ਜਾਵੇਗਾ। ਬਹੁਤ ਵੱਡਾ ਦੁਨੀਆ ਦਾ ਇਹ ਅੰਦੋਲਨ ਹੈ, ਇਤਿਹਾਸਕ ਅੰਦੋਲਨ ਹੈ। ਦੁਨੀਆ ਦੇ ਵਿੱਚ ਅੱਜ ਤੱਕ ਐਡਾ ਲੰਬਾ ਸਮਾਂ ਕੋਈ ਸ਼ਾਂਤਮਈ ਅੰਦੋਲਨ ਚੱਲਿਆ ਨਹੀਂ। ਬਲਬੀਰ ਸਿੰਘ ਰਾਜੇਵਾਲ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ 1942 ਵਿੱਚ ਜੱਦੀ ਪਿੰਡ ਰਾਜੇਵਾਲ ਰੋਹਣੂ ਵਿੱਚ ਜਨਮੇ। ਇਹ ਉਹੀ ਪਿੰਡ ਹੈ ਜਿੱਥੇ ਭਗਤ ਪੂਰਨ ਸਿੰਘ ਦਾ ਜਨਮ ਹੋਇਆ ਸੀ। ਉੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਬਤੀਤ ਕੀਤਾ। ਰਾਜੇਵਾਲ ਨੇ AS ਮਾਡਰਨ ਸਕੂਲ ਖੰਨਾ ਤੋਂ ਆਪਣੀ ਪੜ੍ਹਾਈ ਕੀਤੀ ਅਤੇ ਖਾਲਸਾ ਕਾਲਜ ਖੰਨਾ ਤੋਂ FA। ਤਿੰਨਾਂ ਭਰਾਵਾਂ ਦੇ ਨਾਲ ਉਹਨਾਂ ਨੇ ਆਪਣੇ ਪਰਿਵਾਰ ਦਾ ਖੇਤੀ ਦਾ ਕੰਮ ਸੰਭਾਲਿਆ। ਹਾਲਾਂਕਿ ਇਸ ਤੋਂ ਪਹਿਲਾਂ ਉਹ ਇੱਕ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਸਨ, ਪਰ ਛੋਟੀ ਉਮਰ ਵਿੱਚ ਹੀ ਕਿਸਾਨ ਸਰਗਰਮੀਆਂ ਵਿੱਚ ਸ਼ਾਮਲ ਹੋ ਗਏ ਅਤੇ 1960 ਦੇ ਅਖੀਰ ਵਿੱਚ ਪੰਜਾਬ ਜ਼ਿਮੀਂਦਾਰਾ ਯੂਨੀਅਨ ਦੀ ਸ਼ੁਰੂਆਤ ਕੀਤੀ ਸੀ। ਬਾਅਦ ਵਿੱਚ ਉਹ ਭਾਰਤੀ ਕਿਸਾਨ ਯੂਨੀਅਨ ਵਿੱਚ ਸ਼ਾਮਲ ਹੋ ਗਏ ਤੇ ਉਹਨਾਂ ਨੇ ਵੱਖ-ਵੱਖ ਪੱਧਰਾਂ ਉੱਤੇ ਕੰਮ ਕੀਤਾ। ਕਿਸਾਨ ਜਥੇਬੰਦੀ ਬਣਾਉਣ ਤੋਂ ਪਹਿਲਾਂ ਉਹਨਾਂ ਨੇ ਕਿਸਾਨ ਭਾਈਚਾਰੇ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਸ਼ੁਰੂ ਕੀਤਾ। 1960 ਦੇ ਦਹਾਕੇ ਵਿੱਚ ਹਰੀ ਕ੍ਰਾਂਤੀ ਤੋਂ ਬਾਅਦ ਜਦੋਂ ਖੇਤੀ ਖੇਤਰ ਖੁੱਲ੍ਹਿਆ ਤਾਂ ਉਹਨਾਂ ਨੇ ਇਸ ਦੇ ਵਿੱਚ ਖਾਸ ਭੂਮਿਕਾ ਨਿਭਾਈ। 100 ਵਿਗੇ ਜ਼ਮੀਨ ਜੋ ਪਰਿਵਾਰ ਦੀ ਵੰਡ ਤੋਂ ਬਾਅਦ ਉਹਨਾਂ ਦੇ ਹਿੱਸੇ ਆਈ ਤਾਂ ਉਹਨਾਂ ਨੇ ਉਸ ਜ਼ਮੀਨ ਨੂੰ ਸੰਭਾਲਣ ਦੇ ਨਾਲ-ਨਾਲ ਹੀ ਸਾਈਡ ਬਿਜ਼ਨਸ ਵਜੋਂ ਕਮਿਸ਼ਨ ਏਜੰਟ ਦਾ ਕੰਮ ਵੀ ਕੀਤਾ। ਉਹ ਖੰਨਾ ਵਿੱਚ ਇੱਕ ਡਿਗਰੀ ਕਾਲਜ ਦੇ ਮੁਖੀ ਵੀ ਰਹੇ ਜਿਸ ਦਾ ਪ੍ਰਬੰਧਨ ਮਾਲਵਾ ਐਜੂਕੇਸ਼ਨ ਕੌਂਸਲ ਦੁਆਰਾ ਕੀਤਾ ਜਾਂਦਾ ਸੀ। ਉਹ ਚੋਣਾਂ ਰਾਹੀਂ ਚੁਣੇ ਗਏ ਸਨ। ਉਹਨਾਂ ਨੇ ਕਾਲਜ ਨੂੰ ਕਰਜ਼ਿਆਂ ਵਿੱਚੋਂ ਕੱਢ ਕੇ ਇਸ ਨੂੰ ਲਾਹੇਵੰਦ ਧੰਦਾ ਬਣਾਇਆ ਸੀ। ਭਗਤ ਪੂਰਨ ਸਿੰਘ ਹਾਇਰ ਸੈਕੰਡਰੀ ਸਕੂਲ ਖੋਲ੍ਹਣ ਲਈ ਉਹਨਾਂ ਨੇ ਜੱਦੀ ਪਿੰਡ ਵਿੱਚ ਹੀ ਜ਼ਮੀਨ ਦੇ ਛੋਟੇ-ਛੋਟੇ ਟੁਕੜੇ ਇਕੱਠੇ ਕੀਤੇ
ਤਾਂ ਉਹ ਸਕੂਲ ਉੱਥੇ ਖੋਲ੍ਹਿਆ ਜੋ ਪਿੰਡ ਪੱਧਰ ਦੀ ਕਮੇਟੀ ਦੁਆਰਾ ਚਲਾਇਆ ਜਾਂਦਾ ਸੀ। ਪਿੰਡ ਦੇ ਸਕੂਲ ਵਿੱਚ ਹੀ ਇੱਕ ਇਮਾਨਦਾਰੀ ਦੀ ਦੁਕਾਨ ਸੀ ਜਿਸ ਵਿੱਚ ਕੋਈ ਸੇਲਜ਼ਮੈਨ ਨਹੀਂ ਹੈ। ਵਿਦਿਆਰਥੀ ਦੁਕਾਨ ਤੋਂ ਆਪਣੀਆਂ ਰੋਜ਼ਾਨਾ ਲੋੜਾਂ ਦੀਆਂ ਚੀਜ਼ਾਂ ਲੈਂਦੇ ਸਨ ਤੇ ਫਿਰ ਉੱਥੇ ਆਪਣੇ ਕੈਸ਼ ਬਾਕਸ ਦੇ ਵਿੱਚ ਇਮਾਨਦਾਰੀ ਨਾਲ ਹੀ ਪੈਸੇ ਪਾਉਂਦੇ ਸਨ। ਇਸ ਤਰੀਕੇ ਦੇ ਕੰਮ ਵੀ ਬਲਵੀਰ ਸਿੰਘ ਰਾਜੇਵਾਲ ਨੇ ਕੀਤੇ। ਹਾਲਾਂਕਿ ਸਿੰਘੂ ਸਰਾਧ ਤੇ ਚੱਲ ਰਹੇ ਧਰਨੇ ਦੌਰਾਨ ਦਿਲ ਦੇ ਮਰੀਜ਼ ਰਾਜੇਵਾਲ ਨੂੰ ਮਾਮੂਲੀ ਦਿਲ ਦਾ ਦੌਰਾ ਵੀ ਪਿਆ ਸੀ, ਪਰ ਉਹਨਾਂ ਨੇ ਧਰਨੇ ਵਾਲੀ ਥਾਂ ਤੇ ਹੀ ਟਰਾਲੀ ਵਿੱਚ ਰੁਕਣਾ ਪਸੰਦ ਕੀਤਾ। ਅੱਜ ਵੀ ਜੇ ਗੱਲ ਕੀਤੀ ਜਾਵੇ ਤਾਂ ਬਲਵੀਰ ਸਿੰਘ ਰਾਜੇਵਾਲ ਲਗਾਤਾਰ ਉਸ ਵੇਲੇ ਤੋਂ ਹੀ ਡਟੇ ਹੋਏ ਨੇ ਜਦੋਂ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਸਰਹੱਦਾਂ ਉੱਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਬੈਠੀਆਂ ਹੋਈਆਂ ਸਨ। ਤਾਂ ਉਸ ਤੋਂ ਬਾਅਦ ਹੀ ਉਹ ਸੰਘਰਸ਼ ਦੇ ਵਿੱਚ ਇੱਕ ਅਜਿਹਾ ਚਿਹਰਾ ਬਣ ਕੇ ਸਾਹਮਣੇ ਆਉਂਦੇ ਨੇ ਜੋ ਸਰਕਾਰ ਨਾਲ ਮੀਟਿੰਗਾਂ ਦੇ ਵਿੱਚ ਮੋਹਰੀ ਕਿਸਾਨ ਆਗੂ ਵਜੋਂ ਵਿਚਰੇ। ਕਹਿ ਸਕਦੇ ਹਾਂ ਕਿ ਕਿਸਾਨ ਯੂਨੀਅਨਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ 32 ਕਿਸਾਨ ਯੂਨੀਅਨਾਂ ਸਨ ਜਿਨ੍ਹਾਂ ਨੇ ਸਮਰਥਨ ਦੇ ਕੇ ਸੰਯੁਕਤ ਕਿਸਾਨ ਮੋਰਚਾ ਬਣਾਇਆ। ਇਹ ਸੰਯੁਕਤ ਕਿਸਾਨ ਮੋਰਚਾ ਹੀ ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨਾਂ ਨੂੰ ਨਾਲ ਲੈ ਕੇ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਿਹਾ ਸੀ। ਤਾਂ ਉਹਨਾਂ ਸਾਰੇ ਨਾਵਾਂ ਦੇ ਵਿੱਚੋਂ ਇੱਕ ਵੱਡਾ ਤੇ ਪੁਰਾਣਾ ਨਾਮ ਬਲਵੀਰ ਸਿੰਘ ਰਾਜੇਵਾਲ ਦਾ ਸੀ। ਕਹਿ ਸਕਦੇ ਹਾਂ ਕਿ ਅੱਜ ਜੇ ਖੇਤੀ ਕਾਨੂੰਨ ਰੱਦ ਕਰਨ ਦਾ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਤਾਂ ਇਸ ਦੇ ਵਿੱਚ ਬਾਕੀ ਕਿਸਾਨ ਯੂਨੀਅਨਾਂ ਦੀ ਤਰ੍ਹਾਂ ਬਲਵੀਰ ਸਿੰਘ ਰਾਜੇਵਾਲ ਦੇ ਇਸ ਪੱਖ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿ ਉਹ ਲਗਾਤਾਰ ਡਟੇ ਰਹੇ ਨੇ। ਚਾਹੇ 26 ਜਨਵਰੀ ਵਾਲੀ ਘਟਨਾ ਹੋਵੇ, ਟਰੈਕਟਰ ਆਪ ਚਲਾ ਕੇ ਬਲਵੀਰ ਸਿੰਘ ਰਾਜੇਵਾਲ ਹੋਣਾ ਨੇ ਅਗਵਾਈ ਕੀਤੀ। ਇਸੇ ਤਰ੍ਹਾਂ ਹੀ ਜਦੋਂ ਦਿੱਲੀ ਵਿੱਚ ਕੋਈ ਵੀ ਮੁਹਿੰਮ ਛੇੜੀ ਗਈ ਤਾਂ ਬਲਵੀਰ ਸਿੰਘ ਰਾਜੇਵਾਲ ਲਗਾਤਾਰ ਉਸ ਮੁਹਿੰਮ ਦੇ ਵਿੱਚ ਹਿੱਸਾ ਲੈਂਦੇ ਰਹੇ। ਸਰਕਾਰ ਵੱਲੋਂ ਜਦੋਂ ਵੀ ਕੋਈ ਅਜਿਹੀ ਨੀਤੀ ਘੜੀ ਗਈ ਤਾਂ ਉਸ ਦਾ ਬਲਵੀਰ ਸਿੰਘ ਰਾਜੇਵਾਲ ਨੇ ਡਟ ਕੇ ਵਿਰੋਧ ਕੀਤਾ। ਖਾਸ ਤੌਰ ਤੇ ਕਹਿ ਸਕਦੇ ਹਾਂ ਕਿ ਸਾਰੇ ਕਿਸਾਨ ਆਗੂਆਂ ਦੇ ਵਿੱਚੋਂ ਪੜ੍ਹੇ ਲਿਖੇ ਕਿਸਾਨ ਆਗੂ ਹੋਣ ਕਰਕੇ ਉਹਨਾਂ ਨੂੰ ਕਾਫੀ ਜਾਣਕਾਰੀ ਸੀ, ਜਿਸ ਕਰਕੇ ਹਮੇਸ਼ਾ ਹੀ ਉਹ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਸੁਚੇਤ ਕਰਦੇ ਰਹੇ ਨੇ। ਕਹਿ ਸਕਦੇ ਹਾਂ ਕਿ ਅੱਜ ਵੀ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਦੀ ਇਸ ਵੱਡੀ ਭੂਮਿਕਾ ਨੂੰ ਭੁਲਾਇਆ ਨਹੀਂ ਜਾ ਸਕਦਾ। ਹੁਣ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਕੀਤੇ ਨੇ, ਪਰ ਫਿਲਹਾਲ ਹਾਲੇ ਵੀ ਕਿਸਾਨ ਯੂਨੀਅਨ ਜੋ ਆ ਸੰਯੁਕਤ ਕਿਸਾਨ ਮੋਰਚੇ ਦੇ ਸਾਥ ਵਿੱਚ ਡਟੀ ਹੋਈ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਬਾਕੀ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤੇ ਸੰਸਦ ਵਿੱਚ ਇਸ ਦਾ ਐਲਾਨ ਨਹੀਂ ਕਰਦੀ, ਉਹਨਾਂ ਚਿਰ ਤੱਕ ਦਿੱਲੀ ਦੇ ਬਾਰਡਰਾਂ ਤੋਂ ਧਰਨੇ ਨਹੀਂ ਚੱਕੇ ਜਾਣਗੇ। ਕਹਿ ਸਕਦੇ ਹਾਂ ਇਸ ਉਮਰੇ ਵੀ ਇਹ ਸਭ ਤੋਂ ਪੁਰਾਣਾ ਖੁੰਡ ਲੀਡਰ ਜਦੋਂ ਦਹਾੜ ਮਾਰਦਾ ਹੈ ਤਾਂ ਕਹਿ ਸਕਦੇ ਹਾਂ ਕਿ ਕਿਸਾਨ ਮੋਰਚੇ ਦੇ ਉਹਨਾਂ ਸਾਰੇ ਕਿਸਾਨਾਂ ਦੇ ਵਿੱਚ ਇੱਕ ਨਵਾਂ ਜੋਸ਼ ਭਰ ਜਾਂਦਾ ਹੈ। ਤਾਂ ਇਸ ਤਰ੍ਹਾਂ ਬਲਵੀਰ ਸਿੰਘ ਰਾਜੇਵਾਲ ਕਿਸਾਨ ਮੋਰਚਿਆਂ ਦਾ, ਕਿਸਾਨ ਸੰਘਰਸ਼ ਦਾ ਇੱਕ ਮੋਹਰੀ ਆਗੂ ਹੋ ਨਿਬੜਦਾ ਹੈ।